ਇਸ ਵਾਰੀ ਮਾਨ ਸਾਹਿਬ ਕਿਹੜੇ ਚੋਣ ਮੁੱਦੇ ਲੈ ਕੇ ਤੁਸੀਂ ਚੋਣ ਮੈਦਾਨ 'ਚ ਉਤਰੇ ਹੋ? ਮੇਰਾ ਕਹਿਣ ਦਾ ਭਾਵ ਹੈ ਕਿ ਤੁਸੀਂ ਆਪਣੀ ਮੰਜੀ ਥੱਲੇ ਝਾਤੀ ਮਾਰੋ ਕਿ ਤੁਸੀਂ ਕੀ ਕਰ ਰਹੇ ਹੋ, ਤੁਹਾਨੂੰ ਸਿੱਖਾਂ ਦੇ ਉੱਤੇ ਕਿਉਂ ਸ਼ੱਕ ਹੈਗਾ। ਪੁੱਛਣਾ ਚਾਹੁੰਦਾ ਹੈ ਕਿ ਇਹ ਕਾਂਗਰਸ ਤੇ ਬੀਜੇਪੀ ਦੇ ਨਾਲੋਂ ਅਸੀਂ ਬਿਹਤਰ ਕਿਉਂ ਨਹੀਂ, ਅਸੀਂ ਆਪਣੀ ਤਕਦੀਰ ਦਾ ਫੈਸਲਾ ਕਿਉਂ ਨਹੀਂ ਕਰ ਸਕਦੇ ਹੈ। ਸਾਨੂੰ ਸਮਝਦੇ ਕੀ ਹੈ ਕਿ ਅਸੀਂ ਇਹ ਵੀ ਇਹ ਆਲਤੂ ਪਾਲਤੂ ਲੋਕ ਹੈ ਕਿ ਇਹਨਾਂ ਨੂੰ ਥੋੜ੍ਹਾ ਜਿਹਾ ਲੰਗਰ ਦੇ ਲਈ ਪੈਸਾ ਦੇ ਦਈਏ ਅਤੇ ਇਹ ਖੁਸ਼ ਹੋ ਜਾਣਗੇ। ਪੰਜਾਬ 'ਚ ਚੋਣਾਂ ਦਾ ਮਾਹੌਲ ਹੈ, ਜਿੱਥੇ ਰਵਾਇਤੀ ਸਿਆਸੀ ਪਾਰਟੀਆਂ ਆਪਣੇ ਉਮੀਦਵਾਰ ਲੈ ਕੇ ਚੋਣ ਮੈਦਾਨ 'ਚ ਉਤਰੀਆਂ ਨੇ, ਉੱਥੇ ਹੀ ਇੱਕ ਅਜਿਹੀ ਧਿਰ ਚੋਣ ਮੈਦਾਨ 'ਚ ਹੈ ਜਿਹੜੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ। ਪਾਰਟੀ ਦਾ ਨਾਮ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਉਸ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਡੇ ਨਾਲ ਨੇ। ਮਾਨ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਾਨ ਸਾਹਿਬ, ਮੇਰਾ ਪਹਿਲਾ ਸਵਾਲ ਇਹੀ ਆ ਕਿ ਇਸ ਵਾਰ ਹਲਕਾ ਅਮਰਗੜ੍ਹ ਹੀ ਕਿਉਂ ਚੁਣਿਆ ਤੁਸੀਂ? ਇਹ ਪਾਰਟੀ ਨੇ ਚੁਣ ਕੇ ਦਿੱਤਾ ਜੀ ਕਿ ਐਤਕੀ ਵਾਰੀ ਤੁਸੀਂ ਇੱਥੋਂ ਲੜੋਗੇ। ਕਦੇ ਮੈਨੂੰ ਤਰਨਤਾਰਨ ਸਾਹਿਬ ਤੋਂ ਲੜਾ ਦਿੰਦੇ ਹੈ, ਕਦੇ ਇਹ ਧਨੌਲੇ ਤੋਂ ਵੀ ਲੜਾ ਦਿੰਦੇ ਹੈ, ਕਦੇ ਬਰਨਾਲੇ ਤੋਂ ਵੀ ਲੜਾ ਦਿੰਦੇ ਹੈ, ਕਦੇ ਫਤਿਹਗੜ੍ਹ ਸਾਹਿਬ ਤੋਂ ਵੀ ਲੜਾ ਦਿੰਦੇ ਹੈ। ਇਹ ਪਾਰਟੀ ਡਿਸਾਈਡ ਕਰਦੀ ਹੈ ਸਾਡਾ। ਮੇਰਾ ਤਾਂ ਉਹਦੇ ਵਿੱਚ ਕੁਛ ਨਹੀਂ ਹੁੰਦਾ, ਪਰ ਉਹ ਕਹਿੰਦੇ ਆ ਕਿ ਫਿਰ ਇਹ ਜੇ ਤੁਸੀਂ ਨਾ ਖੜੇ ਫਿਰ ਇਹ ਬਾਕੀ ਦੇ ਕੈਂਡੀਡੇਟਸ ਕਿਵੇਂ ਮਹਿਸੂਸ ਕਰਨਗੇ ਕਿ ਇਹ ਲੀਡਰ ਨਹੀਂ ਖੜ ਰਿਹਾ। ਇਸ ਵਾਰੀ ਮਾਨ ਸਾਹਿਬ ਕਿਹੜੇ ਚੋਣ ਮੁੱਦੇ ਲੈ ਕੇ ਤੁਸੀਂ ਚੋਣ ਮੈਦਾਨ 'ਚ ਉਤਰੇ ਹੋ? ਸਾਡੇ ਚੋਣ ਮੁੱਦੇ ਤਾਂ ਹੈਗੇ ਆ ਕਿ ਇਮਾਨਦਾਰੀ, ਦ੍ਰਿੜਤਾ, ਬਰਾਬਰਤਾ, ਅਤੇ ਜਿਹੜੇ ਸਿਆਸਤਦਾਨ ਵਾਅਦੇ ਕਰਕੇ ਭੁੱਲ ਜਾਂਦੇ ਹੈ, ਜਿਵੇਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਚੱਕ ਕੇ ਕਹਿਤਾ ਕਿ ਇਹ ਬਰਗਾੜੀ ਦੇ ਜਿਹੜੇ ਮੁਲਜ਼ਮ ਹੈਗੇ ਹੈ ਬਾਦਲ, ਸੁਖਬੀਰ, ਸੈਣੀ ਅਤੇ ਸਰਸਾ ਸਾਧ, ਉਹਨੂੰ ਫੜ ਲਾਂਗੇ ਅਤੇ ਜਿਹੜੇ ਡਰੱਗਸ ਦੇ ਵੱਡੇ ਲੌਰਡ ਹੈ ਉਹ ਵੀ ਫੜੇ ਜਾਣਗੇ। ਸੋ ਅਸੀਂ ਜੋ ਕੁਛ ਕਹਿੰਦੇ ਹੈ ਅਸੀਂ ਕਰਾਂਗੇ ਕਿ ਅਸੀਂ ਸਾਫ ਸੁਥਰਾ ਇੱਕ ਨਿਜ਼ਾਮ ਲੋਕਾਂ ਨੂੰ ਦੇਵਾਂਗੇ ਅਤੇ ਜਿਹੜੇ ਗਰੀਬ ਆਦਮੀ ਹੈ ਉਹਨਾਂ ਵੱਲ ਸਪੈਸ਼ਲ ਧਿਆਨ ਹੋਊਗਾ ਕਿ ਜਿਹੜੀਆਂ ਉਹਨਾਂ ਦੀਆਂ ਤਕਲੀਫਾਂ ਹੈਗੀਆਂ ਕਿ ਹੁਣ ਗੈਸ ਬਹੁਤ ਮਹਿੰਗੀ ਕਰਤੀ ਹੈ, ਹੋਰ ਉਹਨਾਂ ਦੀਆਂ ਲੋੜਾਂ ਹੈਗੀਆਂ, ਉਹ ਜ਼ਰੂਰ ਪੂਰੀਆਂ ਕਰਨੀਆਂ ਪੈਣਗੀਆਂ। ਹੁਣ ਮੈਂ ਜਦੋਂ ਵੀ ਬਾਹਰ ਦੇ ਇਲਾਕਿਆਂ 'ਚ ਜਾਂਦਾ, ਸਵੇਰੇ ਮੈਂ ਦੇਖਦਾ ਕਿ ਬੀਬੀਆਂ ਜਿਹੜੀਆਂ ਗਰੀਬ ਨੇ ਉਹਨਾਂ ਨੇ ਇੱਕ ਪਰਨਾ ਆਪਣੇ ਮੋਢੇ ਉੱਤੇ ਪਾਇਆ ਹੁੰਦਾ ਅਤੇ ਫਿਰ ਉਹ ਦੁਪਹਿਰ ਨੂੰ ਵਾਪਸ ਆਉਂਦੀਆਂ ਅਤੇ ਉਹਨਾਂ ਦੇ ਸਿਰ ਦੇ ਉੱਤੇ ਪੰਡ ਹੁੰਦੀ ਹੈ ਪੱਠਿਆਂ ਦੀ, ਅਤੇ ਫਿਰ ਉਹ ਬਾਹਰ ਨਿਕਲ ਜਾਂਦੀਆਂ ਅਤੇ ਜਦੋਂ ਮੈਂ ਦੇਖਦਾ ਉਹਨਾਂ ਨੂੰ ਵਾਪਸ ਆਉਂਦਿਆਂ ਦੀ ਉਹਨਾਂ ਦੇ ਸਿਰ ਦੇ ਉੱਤੇ ਪੰਡ ਹੁੰਦੀ ਹੈ ਲੱਕੜਾਂ ਦੀ। ਤਾਂ ਮੇਰਾ ਮਤਲਬ ਹੈ ਕਿ ਇਹ ਜਿਹੜੀ ਗਰੀਬੀ ਹੈ ਇਹ ਸਾਡੇ ਪੰਜਾਬ ਦੇ ਵਿੱਚ ਨਹੀਂ ਹੋਣੀ ਚਾਹੀਦੀ ਅਤੇ ਇਹਦਾ ਇਲਾਜ ਹੋਣਾ ਚਾਹੀਦਾ। ਅਤੇ ਜਿਹੜੀ ਸਾਡੀ SGPC ਹੈ ਜਿਹਦੇ ਇਲੈਕਸ਼ਨਸ ਨਹੀਂ ਹੋ ਰਹੇ ਹੁਣ 11 ਸਾਲ ਤੋਂ, ਇਹ ਲੇਮ ਡਕ ਪਾਰਲੀਮੈਂਟ ਬਣਾ ਕੇ ਰੱਖਦੀ ਹੈ। ਇਹਦੇ ਜਿੰਨਾ ਚਿਰ ਇਲੈਕਸ਼ਨਸ ਨਹੀਂ ਹੁੰਦੇ ਅਤੇ ਅਸੀਂ ਪ੍ਰਚਾਰ ਨਹੀਂ ਕਰਦੇ ਅਤੇ ਜਿਹੜੇ ਗਰੀਬ ਬੱਚੇ ਹੈ ਉਹਨਾਂ ਦੇ ਲਈ ਸਟੱਡੀ, ਉਹਨਾਂ ਦੀ ਪੜ੍ਹਾਈ ਕੰਪਲਸਰੀ ਨਹੀਂ ਕਰਦੇ SGPC ਦੇ ਥਰੂ, ਉਨਾ ਚਿਰ ਅਸੀਂ ਆਪਣੇ ਪ੍ਰਾਂਤ ਦਾ, ਆਪਣੇ ਲੋਕਾਂ ਦਾ ਕੋਈ ਜਿਹੜਾ ਫਾਇਦਾ ਹੋਣਾ ਚਾਹੀਦਾ ਉਹ ਨਹੀਂ ਕਰ ਸਕਦੇ ਹੈਗੇ। ਅਤੇ ਅਸੀਂ ਕੱਟੜਵਾਦਤਾ ਜੋ ਹਿੰਦੂਤਵਾਦੀ ਵਧੀ ਹੋਈ ਹੈ ਉਹਦੇ ਖਿਲਾਫ ਸਿੱਧਾ ਲੜ ਰਹੇ ਹੈ। ਇਹ ਨਹੀਂ ਕਿ ਅਸੀਂ ਉਹਨਾਂ ਦੇ ਨਾਲ ਫੈਸਲਾ ਕਰ ਲਈਏ ਜਿਵੇਂ ਬਾਦਲਾਂ ਨੇ ਕਰ ਲਿਆ, ਕੈਪਟਨ ਸਾਹਿਬ ਨੇ ਕਰ ਲਿਆ, ਹੋਰ ਪਾਰਟੀਆਂ ਨੇ ਕਰ ਲਿਆ ਅਤੇ ਬਾਜਵਾ ਸਾਹਿਬ ਨੇ ਕਰ ਲਿਆ, ਸਾਰਿਆਂ ਨੇ ਕਰਕੇ ਕੋਈ BJP 'ਚ ਚਲਿਆ ਗਿਆ, ਕੋਈ ਆਮ ਆਦਮੀ ਪਾਰਟੀ 'ਚ ਚਲਿਆ ਗਿਆ। ਤਾਂ ਮੇਰਾ ਮਤਲਬ ਹੈ ਇਹ ਪੰਜਾਬ ਦੇ ਹਾਲਾਤ ਬਿਹਤਰ ਕਰਨ ਦੇ ਲਈ ਇਹ ਕੋਈ ਸਲਿਊਸ਼ਨ ਨਹੀਂ ਹੈ। ਇਹਦਾ ਸਲਿਊਸ਼ਨ ਹੈ ਕਿ ਸਿੱਧੀ ਟੱਕਰ ਲਓ ਕਿ ਜਿਹੜੇ ਮਸਲੇ ਤੁਹਾਨੂੰ ਸਿੱਧੇ ਦਿਖਦੇ ਹੈ। ਕਿਉਂ ਅੱਜ ਦੀ ਅਖਬਾਰਾਂ ਬੜੀਆਂ ਅਜੀਬ ਤਰ੍ਹਾਂ ਦਾ ਪ੍ਰਚਾਰ ਉਹਨਾਂ ਨੇ ਕਿਹਾ
ਕਿ ਬੀਜੇਪੀ ਤੇ ਆਰਐਸਐਸ ਨੇ ਕਿਹਾ ਕਿ ਅਸੀਂ ਕੁਝ ਸਿੱਖ ਲੀਡਰ ਆਪਣੀ ਪਾਰਟੀ ਦੇ ਵਿੱਚ ਦਾਖਲ ਕੀਤੇ ਹੈ ਤੇ ਉਹਨਾਂ ਨੂੰ ਟਿਕਟਾਂ ਦਿੱਤੀਆਂ, ਪਰ ਜ਼ਿਆਦਾ ਟਿਕਟਾਂ ਅਸੀਂ ਆਪਣੀ ਪਾਰਟੀ ਬੀਜੇਪੀ ਨੂੰ ਦਿੱਤੀਆਂ, ਕਿਉਂ ਕਰਕੇ ਸਾਨੂੰ ਖਤਰਾ ਹੈ ਕਿ ਜੇ ਅਸੀਂ ਮੈਦਾਨ ਦੇ ਵਿੱਚ ਨਹੀਂ ਆਵਾਂਗੇ, ਅਸੈਂਬਲੀ 'ਚ ਨਹੀਂ ਆਵਾਂਗੇ ਤੇ ਦੂਸਰੇ ਲੋਕ ਆ ਜਾਣਗੇ, ਫਿਰ ਪਾਕਿਸਤਾਨ ਦਾ ਪ੍ਰਭਾਵ ਬਹੁਤ ਪੰਜਾਬ ਦੇ ਉੱਤੇ ਵੱਧ ਜੂਗਾ ਤੇ ਸਾਡੇ ਲਈ ਖਤਰਾ ਹੈ। ਇਹ ਮੈਨੂੰ ਤਾਂ ਬਹੁਤ ਹੰਕਾਰਿਆ ਹੋਇਆ ਬਿਆਨ ਇਹਨਾਂ ਦਾ ਲੱਗਦਾ ਹੈ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਕਦੋਂ ਸਿੱਖਾਂ ਨੇ ਪਾਕਿਸਤਾਨ ਨੂੰ ਅੰਦਰ ਆਉਣ ਦਿੱਤਾ ਹੈਗਾ 1947 ਤੇ? ਤੁਸੀਂ ਆਪਣੀ ਮੰਜੀ ਥੱਲੇ ਝਾਤੀ ਮਾਰੋ, ਤੁਸੀਂ ਕੀ ਕੀਤਾ 1947 ਦੇ ਵਿੱਚ? ਤੁਹਾਡੇ ਕੋਲੇ ਪੂਰਾ ਕਸ਼ਮੀਰ ਸੀਗਾ, ਉਹ ਤੁਸੀਂ ਕੁਛ ਦੇਤਾ ਪਾਕਿਸਤਾਨ ਨੂੰ, ਕੁਛ ਦੇਤਾ ਚੀਨ ਨੂੰ, ਤੇ 1962 ਦੇ ਵਿੱਚ ਨਹਿਰੂ ਨੇ 40,000 ਸਕੁਆਇਰ ਕਿਲੋਮੀਟਰ ਲਦਾਖ ਦੇ ਚੀਨ ਨੂੰ ਦੇਤੇ। ਲਦਾਖ ਦੇ ਨਾਲ ਸਾਡਾ ਸਿੱਧਾ ਪਿਆਰ ਹੈ ਤੇ ਮੁਹੱਬਤ ਹੈ, ਕਿਉਂ ਕਰਕੇ 1834 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਇਹ ਇਲਾਕਾ ਜਿੱਤ ਕੇ ਖਾਲਸਾ ਰਾਜ ਦੇ ਨਾਲ ਲਾਇਆ ਸੀਗਾ। ਹੁਣ ਫੇਰ ਪਿਛਲੇ ਤੋਂ ਪਿਛਲੇ ਸਾਲ ਫੇਰ 900 ਸਕੁਆਇਰ ਕਿਲੋਮੀਟਰ ਧਰਤੀ ਲਦਾਖ ਦੀ ਇਹ ਹਿੰਦੂਤਵਾ ਨੇ ਲਟਾਤੀ ਹੈ ਚੀਨ ਨੂੰ। ਫੇਰ ਮੇਰਾ ਕਹਿਣ ਦਾ ਭਾਵ ਹੈ ਕਿ ਤੁਸੀਂ ਆਪਣੀ ਮੰਜੀ ਥੱਲੇ ਝਾਤੀ ਮਾਰੋ ਕਿ ਤੁਸੀਂ ਕੀ ਕਰ ਰਹੇ ਹੋ, ਤੁਹਾਨੂੰ ਸਿੱਖਾਂ ਦੇ ਉੱਤੇ ਕਿਉਂ ਸ਼ੱਕ ਹੈਗਾ? ਤੋ ਇਹ ਜਿਹੜਾ ਇਹਨਾਂ ਦੇ ਵਿੱਚ ਇਹ ਆਫਰੇ ਪਏ ਹੈ ਹੰਕਾਰ ਦੇ ਨਾਲ, ਇਹਨੂੰ ਤੋੜਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਇਹ ਕੀ ਸਮਝਦੇ ਆ ਸਿੱਖਾਂ ਨੂੰ। ਕਿ ਅਸੀਂ ਗੁਰੂ ਨਾਨਕ ਸਾਹਿਬ ਨੇ ਜਦੋਂ ਕਹਿਤਾ ਅਸੀਂ ਨਾ ਹਿੰਦੂ ਹੈ ਨਾ ਮੁਸਲਮਾਨ ਹੈ, ਫਿਰ ਸਿੱਧਾ ਹੋ ਗਿਆ ਕਿ ਨਾ ਅਸੀਂ ਹਿੰਦੂਆਂ ਵੱਲ ਜਾਵਾਂਗੇ ਨਾ ਅਸੀਂ ਮੁਸਲਮਾਨਾਂ ਵੱਲ ਜਾਵਾਂਗੇ, ਫਿਰ ਪਾਕਿਸਤਾਨ ਨੂੰ ਕਿੱਥੇ ਸਾਡੇ ਵਿੱਚ ਵਾੜ ਕੇ ਲੈ ਆਉਂਦਾ। ਅਤੇ ਤੁਸੀਂ ਕੀ ਕਰ ਦੋਗੇ ਜੇ ਅਕਸਰ ਤੁਹਾਡੀ ਸਰਕਾਰ ਬਣਦੀ ਹੈ ਅਤੇ ਜੇ ਸਿੱਖ ਤੁਹਾਡੇ ਨਾਲ ਨਹੀਂ ਚੱਲਣਗੇ, ਫਿਰ ਤੁਸੀਂ ਚੀਨ ਨੂੰ ਤਾਂ ਬਾਹਰ ਰੱਖ ਨਹੀਂ ਸਕਦੇ ਅਤੇ ਪਾਕਿਸਤਾਨ ਨੂੰ ਕਿਵੇਂ ਬਾਹਰ ਰੱਖ ਸਕੋਗੇ? ਮਾਨ ਸਾਹਿਬ, ਤੁਸੀਂ ਬੀਜੇਪੀ ਦੀ ਗੱਲ ਕੀਤੀ। ਪਿਛਲੇ ਕੁਝ ਮਹੀਨਿਆਂ ਤੋਂ ਇਹ ਦੇਖਣ ਨੂੰ ਮਿਲ ਰਿਹਾ ਹੈ ਬਹੁਤ ਸਾਰੇ ਸਿੱਖ ਲੀਡਰ ਬੀਜੇਪੀ ਜੁਆਇਨ ਕਰ ਰਹੇ ਹੈ, ਚਾਹੇ ਉਹ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਹੋਣ, ਕੈਪਟਨ ਸਾਹਿਬ, ਢੀਂਡਸਾ ਸਾਹਿਬ, ਉਹਨਾਂ ਨਾਲ ਗੱਠਜੋੜੀ ਕਰ ਲਿਆ। ਪਿਛਲੇ ਕੁਝ ਮਹੀਨਿਆਂ ਤੋਂ ਇਹ ਨੈਰੇਟਿਵ ਜਿਹੜਾ ਉਹ ਬਿਲਡ ਹੋ ਰਿਹਾ ਹੈ ਕਿ ਬੀਜੇਪੀ ਤਾਂ ਸਿੱਖਾਂ ਵਾਸਤੇ ਬਹੁਤ ਫਾਇਦੇਮੰਦ ਹੈ, ਚਾਹੇ ਉਹ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਹੋਵੇ ਉਹ ਵੀ ਬੀਜੇਪੀ ਦੀ ਸਰਕਾਰ 'ਚ, ਚਾਹੇ ਸੱਜਣ ਕੁਮਾਰ ਨੂੰ ਸਜ਼ਾ ਹੋਈ ਹੋਵੇ, ਚਾਹੇ ਜਿਹੜਾ GST ਆ ਉਹ ਬਾਕੀ ਸਾਰੀਆਂ ਚੀਜ਼ਾਂ 'ਤੇ ਲਗਾਇਆ ਗਿਆ ਪਰ ਉਹਦੇ 'ਚ ਲੰਗਰ 'ਤੇ ਜੋ GST ਆ ਉਹ ਨਹੀਂ ਲਗਾਇਆ ਗਿਆ। ਇਹ ਜੋ ਸਿੱਖਾਂ ਦੇ ਵਿੱਚ ਇੱਕ ਗਰੁੱਪ ਪੈਦਾ ਹੋ ਰਿਹਾ ਹੈ ਜੋ ਇਹ ਗੱਲ ਕਹਿ ਰਿਹਾ ਹੈ ਕਿ ਕਾਂਗਰਸ ਨਾਲੋਂ ਤਾਂ ਬੀਜੇਪੀ ਬਹੁਤ ਬਿਹਤਰ ਹੈ, ਤੁਸੀਂ ਇਹਦੇ ਨਾਲ ਕਿੱਥੋਂ ਤੱਕ ਸਹਿਮਤ ਹੋ? ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਕਾਂਗਰਸ ਤੇ ਬੀਜੇਪੀ ਦੇ ਨਾਲੋਂ ਅਸੀਂ ਬਿਹਤਰ ਕਿਉਂ ਨਹੀਂ? ਅਸੀਂ ਆਪਣੀ ਤਕਦੀਰ ਦਾ ਫੈਸਲਾ ਕਿਉਂ ਨਹੀਂ ਕਰ ਸਕਦੇ ਹੈਗੇ? ਅਤੇ ਜੇ ਬੀਜੇਪੀ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਅਤੇ ਲੰਗਰਾਂ ਦੇ ਉੱਤੇ ਜਿਹੜਾ ਟੈਕਸ ਹੁੰਦਾ ਉਹ ਘਟਾ ਦਿੱਤਾ ਹੈਗਾ, ਇਹਦੇ ਨਾਲ ਅਸਮਾਨ ਤਾਂ ਨਹੀਂ ਡਿੱਗ ਪਿਆ, ਪਰ ਜਿਹੜੇ ਸਾਡੇ ਮਸਲੇ ਹੈਗੇ ਹੈ, ਜਿਹੜੀ ਸਾਡੀ ਨਸਲਕੁਸ਼ੀ ਕੀਤੀ ਹੈ, ਜਿਵੇਂ ਕੇਜਰੀਵਾਲ ਦੀ ਸਰਕਾਰ ਹੈ ਦਿੱਲੀ ਦੇ ਵਿੱਚ, ਉਹਦੇ ਵਿੱਚ ਕੋਈ ਕੈਬਨਿਟ ਮਿਨਿਸਟਰ ਸਿੱਖਾਂ ਦਾ ਹੈ ਹੀ ਨਹੀਂ, ਅਤੇ ਦਿੱਲੀ ਯੂਨੀਅਨ ਮੋਦੀ ਦੀ ਸਰਕਾਰ ਦੇ ਵਿੱਚ ਵੀ ਕੈਬਨਿਟ ਮਿਨਿਸਟਰ ਕੋਈ ਨਹੀਂ ਸਿੱਖਾਂ ਦਾ, ਜਦ ਕਿ ਸਿੱਖਾਂ ਨੂੰ 1947 ਤੋਂ ਬਾਅਦ ਜਾਂ ਤਾਂ ਇਹ ਵਿਦੇਸ਼ੀ ਮਹਿਕਮਾ ਮਿਲਦਾ ਹੁੰਦਾ ਸੀਗਾ, ਜਾਂ ਡਿਫੈਂਸ ਦਾ ਮਿਲਦਾ ਹੁੰਦਾ ਸੀ, ਜਾਂ ਵਿੱਤ ਦਾ ਮਿਲਦਾ ਹੁੰਦਾ ਸੀਗਾ, ਜਾਂ ਗ੍ਰਹਿ ਦਾ ਮਿਲਦਾ ਹੁੰਦਾ ਸੀਗਾ। ਸਾਡੇ ਕੋਲੇ ਤਾਂ ਸੈਂਟਰ ਦੇ ਵਿੱਚ ਅੱਜ ਕੱਖ ਵੀ ਨਹੀਂ ਹੈਗਾ, ਨਾ ਸਾਡਾ ਕੋਈ ਗਵਰਨਰ ਹੈਗਾ ਅਤੇ ਨਾ ਹੀ ਸਾਡਾ ਕੋਈ ਚੀਫ ਜਸਟਿਸ ਹੈਗਾ, ਅਤੇ ਸਾਨੂੰ ਸਮਝਦੇ ਕੀ ਹੈ ਕਿ ਅਸੀਂ ਵੀ ਇਹ ਆਲਤੂ ਪਾਲਤੂ ਲੋਕ ਹੈ ਕਿ ਇਹਨਾਂ ਨੂੰ ਥੋੜ੍ਹਾ ਜਿਹਾ ਲੰਗਰ ਦੇ ਲਈ ਪੈਸਾ ਦੇ ਦਈਏ ਅਤੇ ਇਹ ਖੁਸ਼ ਹੋ ਜਾਣਗੇ। ਇਹ ਬਿਲਕੁਲ ਗਲਤ ਗੱਲ ਹੈ ਜੀ, ਇਹ ਇਹਨਾਂ ਦੀ ਸਮਝ ਗਲਤ ਹੈ। ਅਤੇ ਦਮਦਮੀ ਟਕਸਾਲ ਵੀ ਬੀਜੇਪੀ ਦੇ ਨਾਲ ਚੱਲ ਪਈ ਹੈ ਅਤੇ ਉਹ ਵੀ ਬਹੁਤ ਸ਼ਰਮ ਦੀ ਗੱਲ ਹੈ, ਅਤੇ ਉਹਨਾਂ ਦਾ ਬੁਲਾਰਾ ਬਹੁਤ ਇੱਜ਼ਤਦਾਰ ਆਦਮੀ ਹੁੰਦਾ ਸੀ ਸਰ ਮੋਹਕਮ ਸਿੰਘ, ਉਹ ਵੀ ਬੀਜੇਪੀ ਦੇ ਨਾਲ ਚਲਿਆ ਗਿਆ ਹੈਗਾ। ਹੁਣ ਮੇਰਾ ਮਤਲਬ ਹੈ ਕਿ ਜੇ ਸਾਰੀਆਂ ਸੰਸਥਾਵਾਂ ਬੀਜੇਪੀ ਅਤੇ ਕਾਂਗਰਸ ਅਤੇ ਆਮ ਆਦਮੀ ਨਾਲ ਰਲ ਜਾਣਗੀਆਂ, ਫਿਰ ਜਿਹੜਾ ਸਿੱਖਾਂ ਨੇ ਕੁਰਬਾਨੀਆਂ ਕਰਕੇ ਅਕਾਲੀ ਦਲ ਖੜ੍ਹਾ ਕੀਤਾ 1920 ਦੇ ਵਿੱਚ, ਫਿਰ ਉਹਦਾ ਕੀ ਬਣੂਗਾ?
ਤੇ ਅਸੀਂ ਖੜੇ ਹਾਂ, ਅਸੀਂ ਨਹੀਂ ਛੱਡ ਕੇ ਜਾ ਸਕਦੇ ਅਕਾਲੀ ਦਲ ਨੂੰ, ਅਸੀਂ ਖੜੇ ਹਾਂ। ਤੇ ਮੈਂ ਸਮਝਦਾ ਸਾਡੇ 40 ਸਾਲ ਖੜੇ ਹੋਣ ਦੇ ਨਾਲ, ਸੇਵਾ ਕਰਨ ਦੇ ਨਾਲ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਸੋਚ ਤੇ ਚੱਲਣ ਦੇ ਨਾਲ ਅੱਜ ਜਿਹੜੀ ਧਰਤੀ ਹੈ, ਇਹ ਜਿਹੜੇ ਲੀਡਰ ਬੀਜੇਪੀ, RSS, ਕਾਂਗਰਸ ਜਾਂ ਆਮ ਪਾਰਟੀ 'ਚ ਜਾ ਰਹੇ ਹੈ, ਇਹਨਾਂ ਦੇ ਪੈਰਾਂ ਥੱਲੋਂ ਧਰਤੀ ਖਿਸਕ ਗਈ ਹੈ। ਇਹ ਇਸ ਧਰਤੀ ਦੇ ਉੱਤੇ ਖੜ੍ਹ ਨਹੀਂ ਸਕਦੇ, ਲੋਕਾਂ ਨੂੰ ਫੇਸ ਨਹੀਂ ਕਰ ਸਕਦੇ। ਇਹਨਾਂ ਦੇ ਕੋਲੇ ਗਨਮੈਨ ਹੈ, ਜਿੰਨਾ ਚਿਰ ਇਹਨਾਂ ਦੇ ਨਾਲ ਤੋਪਾਂ ਨਹੀਂ ਆਉਂਦੀਆਂ ਉਨਾ ਚਿਰ ਇਹ ਬਾਹਰ ਹੀ ਨਹੀਂ ਨਿਕਲ ਸਕਦੇ ਲੋਕਾਂ ਦੇ ਕੋਲੇ। ਇਹ ਤਾਂ ਬਿਲਕੁਲ ਖਤਮ ਮਾਲ ਹੋਇਆ ਹੋਇਆ, ਇਹਨਾਂ ਨੇ ਆਪਣੇ ਆਪ ਨੂੰ ਫੂਕ ਲਿਆ। ਦੇ ਆਰ ਬਰਨਟ ਆਊਟ ਪੀਪਲ। ਮਾਨ ਸਾਹਿਬ, ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।